Question number 5. The data of sold mobile phones of different companies of a shop in October is as follows. ਅਕਤੂਬਰ ਮਹੀਨੇ ਦੇ ਵਿੱਚ ਕਿਸੇ ਸ਼ੋਪ ਦੇ ਵਿੱਚ ਜੋ ਡਿਫਰੈਂਟ ਕੰਪਨੀਜ਼ ਦੇ ਮੋਬਾਈਲ ਫੋਨਸ ਦੀ ਜੋ ਸੇਲ ਹੋਈ ਹੈ, ਯਾਨੀ ਕਿ ਜਿੰਨੇ ਮੋਬਾਈਲ ਫੋਨਸ ਵੱਖ-ਵੱਖ ਕੰਪਨੀਆਂ ਦੇ ਵਿਕੇ ਨੇ, ਉਹਨਾਂ ਦਾ ਡਾਟਾ ਜੋ ਹੈ ਸਾਨੂੰ ਇਸ ਟੇਬਲ ਦੇ ਰਾਹੀਂ ਦਿੱਤਾ ਗਿਆ ਹੈ। ਇਸ ਦੇ ਵਿੱਚ ਸਾਨੂੰ ਟੇਬਲ ਦੇ ਵਿੱਚ ਇਹ ਇਹਨਾਂ ਨੇ ਦੱਸਿਆ ਹੈ ਵੀ ਨੇਮ ਆਫ ਕੰਪਨੀ ਤੇ ਨੰਬਰ ਆਫ ਸੋਲਡ ਸੈਟਸ ਤੋਂ ਭਾਵ ਕੀ ਹੈ ਵੀ ਜਿੰਨੇ ਮੋਬਾਈਲ ਫੋਨ ਜੋ ਹੈ ਵਿਕੇ ਨੇ, ਠੀਕ ਹੈ। ਸੋਲਡ ਹੁੰਦਾ ਹੈ ਵਿਕਣਾ, ਹਾਂਜੀ। ਤਾਂ ਕੰਪਨੀ ਏ ਦੇ ਜੋ ਹੈ ਉਹ 40 ਯਾਨੀ ਕਿ 40 ਜੋ ਹੈ ਮੋਬਾਈਲ ਫੋਨਸ ਜੋ ਹੈ ਸੈਟਸ ਵਿਕੇ ਨੇ। ਕੰਪਨੀ ਬੀ ਦੇ ਜੋ ਹੈ ਉਹ 32 ਯਾਨੀ ਕਿ 32 ਜੋ ਹੈ ਮੋਬਾਈਲ ਫੋਨ ਵਿਕੇ ਨੇ, ਹਾਂਜੀ। ਕੰਪਨੀ ਸੀ ਦੇ 56, ਕੰਪਨੀ ਡੀ ਦੇ 72 ਤੇ ਕੰਪਨੀ ਈ ਦੇ 96। ਹੁਣ ਇਹ ਜੋ ਹੈ ਡਾਟਾ ਸਾਨੂੰ ਦੇ ਰੱਖਿਆ ਹੈ ਤੇ ਇੱਥੇ ਸਾਨੂੰ ਕਿਹਾ ਕੀ ਹੈ ਇਹਨਾਂ ਨੇ ਕੁਐਸਚਨ ਦੇ ਵਿੱਚ, ਡਰਾ ਦਾ ਬਾਰ ਗ੍ਰਾਫ ਫॉर ਦਾ ਅਬਵ ਡਾਟਾ, ਵੀ ਇਸ ਡਾਟੇ ਵਾਸਤੇ ਸਾਨੂੰ ਜੋ ਹੈ ਇੱਕ ਬਾਰ ਗ੍ਰਾਫ ਡਰਾ ਕਰਨਾ ਹੈ। ਦੇਖੋ ਬਾਰ ਗ੍ਰਾਫ ਕੀ ਹੁੰਦਾ ਹੈ ਇਹ ਮੈਂ ਤੁਹਾਨੂੰ ਹੁਣੇ ਜੋ ਗ੍ਰਾਫ ਪੇਪਰ ਹੈ ਉਸ ਤੇ ਚੰਗੀ ਤਰ੍ਹਾਂ ਸਮਝਾਵਾਂਗਾ। ਤੇ ਉਸ ਤੋਂ ਪਹਿਲਾਂ ਇੱਥੇ ਨਾ ਜ਼ਰਾ ਧਿਆਨ ਨਾਲ ਨੋਟਿਸ ਕਰਨਾ, ਸਾਨੂੰ ਇਹ ਚੀਜ਼ ਮੈਂਸ਼ਨ ਕਰਕੇ ਦਿੱਤੀ ਗਈ ਹੈ। ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜਦੋਂ ਅਸੀਂ ਕੋਈ ਵੀ ਬਾਰ ਗ੍ਰਾਫ ਡਰਾ ਕਰਨਾ ਹੁੰਦਾ ਹੈ। ਡਰਾ ਦਾ ਮੀਨਿੰਗ ਕੀ ਹੁੰਦਾ ਹੈ ਵੀ ਬਣਾਉਣਾ, ਠੀਕ ਹੈ, ਯਾਨੀ ਕਿ ਉਸ ਨੂੰ ਜੋ ਹੈ ਬਣਾਉਣਾ। ਜਿਵੇਂ ਅਸੀਂ ਡਰਾਇੰਗ ਕਰਦੇ ਆ ਨਾ, ਉਸੇ ਤੋਂ ਆਇਆ ਹੈ ਡਰਾ ਕਰਨਾ। ਡਰਾ ਕਰਨਾ ਮੀਨਸ ਵੀ ਕੁਝ ਅਸੀਂ ਪੈਨਸਲ ਦੇ ਨਾਲ ਜਾਂ ਪੈਨ ਦੇ ਰਾਹੀਂ ਜੋ ਹੈ ਡਰਾ ਕਰਨਾ ਹੈ, ਹਾਂਜੀ। ਇਸ ਨੂੰ ਜੋ ਹੈ ਸਕੇਲ ਨੂੰ ਜ਼ਰਾ ਧਿਆਨ ਨਾਲ ਨੋਟਿਸ ਕਰੋ। ਇਹ ਸਕੇਲ ਕਿਸੇ ਵੀ ਬਾਰ ਗ੍ਰਾਫ ਨੂੰ ਬਣਾਉਣ ਵਾਸਤੇ ਸਭ ਤੋਂ ਜ਼ਿਆਦਾ ਇੱਕ ਇੰਪੋਰਟੈਂਟ ਚੀਜ਼ ਹੁੰਦੀ ਹੈ, ਕਿਉਂਕਿ ਇਸੀ ਤੋਂ ਜੋ ਹੈ ਅਸੀਂ ਇਹ ਬਾਰ ਗ੍ਰਾਫ ਜੋ ਹੈ ਮਤਲਬ ਉਸ ਦੇ ਵਿੱਚ ਜੋ ਯੂਨਿਟਸ ਅਸੀਂ ਲੈਣੀਆਂ ਨੇ, ਇਸੇ ਸਕੇਲ ਤੋਂ ਜੋ ਹੈ ਸਾਨੂੰ ਹਿੰਟ ਮਿਲਦਾ ਹੈ ਜਾਂ ਅੰਦਾਜ਼ਾ ਮਿਲਦਾ ਹੈ, ਹਾਂਜੀ। ਇਸ ਸਕੇਲ ਦੇ ਵਿੱਚ ਸਾਨੂੰ ਇਹ ਕਹਿ ਦਿੱਤਾ ਹੈ ਵੀ 8 ਸੈਟਸ ਇਜ਼ ਇਕੁਅਲ ਟੂ 1 ਯੂਨਿਟ। ਹੁਣ 8 ਸੈਟਸ ਦਾ ਮਤਲਬ ਕੀ ਹੈ ਵੀ 8 ਮੋਬਾਈਲ ਜੋ ਹੈ ਉਹ 1 ਯੂਨਿਟ ਦੇ ਬਰਾਬਰ ਹੈ। ਹੁਣ 1 ਯੂਨਿਟ ਤੋਂ ਭਾਵ ਕੀ ਹੈ ਉਹ ਮੈਂ ਤੁਹਾਨੂੰ ਬਾਰ ਗ੍ਰਾਫ ਦੇ ਵਿੱਚ ਦੱਸਾਂਗਾ। ਜਦੋਂ ਅਸੀਂ ਬਾਰ ਗ੍ਰਾਫ ਡਰਾ ਕਰਾਂਗੇ ਤਾਂ ਤੁਹਾਨੂੰ ਸਮਝਾਵਾਂਗਾ ਵੀ ਇੱਥੇ 8 ਸੈਟਸ ਇਜ਼ ਇਕੁਅਲ ਟੂ 1 ਯੂਨਿਟ ਦਾ ਮੀਨਿੰਗ ਕੀ ਹੈ। ਬਾਕੀ ਤੁਸੀਂ ਜਦ ਕਦੀ ਵੀ ਬਾਰ ਗ੍ਰਾਫ ਨੂੰ ਡਰਾ ਕਰਨਾ ਹੈ, ਇਹ ਸਕੇਲ ਤੁਸੀਂ ਜੋ ਹੈ ਪਹਿਲਾਂ ਜ਼ਰੂਰ ਜੋ ਹੈ ਰੀਡ ਕਰਨਾ ਹੈ ਵੀ ਸਾਨੂੰ ਐਗਜ਼ਾਮ ਦੇ ਵਿੱਚ ਜਾਂ ਕਿਤਾਬ ਦੇ ਵਿੱਚ, ਬੁੱਕ ਦੇ ਵਿੱਚ ਸਕੇਲ ਕੀ ਦਿੱਤਾ ਹੋਇਆ ਹੈ, ਕਿਉਂਕਿ ਇਹ ਸਕੇਲ ਹੀ ਤੁਹਾਡੇ ਬਾਰ ਗ੍ਰਾਫ ਨੂੰ ਜੋ ਹੈ ਡਿਸਾਈਡ ਕਰੇਗਾ ਵੀ ਉਹ ਕਿੱਦਾਂ ਦਾ ਜੋ ਹੈ ਬਣੇਗਾ, ਠੀਕ ਹੈ। ਤਾਂ ਚਲੋ ਜੀ ਸਟਾਰਟ ਕਰਦੇ ਹਾਂ, ਹਾਂਜੀ। ਇਹ ਤੁਹਾਡੇ ਸਾਹਮਣੇ ਜੋ ਹੈ ਇੱਕ ਗ੍ਰਾਫ ਪੇਪਰ ਤੇ ਮੈਂ ਜੋ ਹੈ ਇਹ ਬਾਰ ਗ੍ਰਾਫ ਡਰਾ ਕਰ ਰੱਖਿਆ ਹੈ। ਦੇਖੋ ਕਈਆਂ ਨੂੰ ਲੱਗ ਰਿਹਾ ਹੋਣਾ ਵੀ ਕੁਝ ਨਜ਼ਰ ਤਾਂ ਆ ਨਹੀਂ ਰਿਹਾ ਹੈ ਪ੍ਰੋਪਰ, ਤਾਂ ਉਸ ਦੀ ਟੈਨਸ਼ਨ ਨਾ ਲਓ, ਕਿਉਂਕਿ ਮੈਂ ਇਸ ਨੂੰ ਹੁਣੇ ਥੋੜਾ ਜ਼ੂਮ ਕਰਕੇ ਤੁਹਾਨੂੰ ਸਮਝਾਵਾਂਗਾ। ਹੋ ਸਕਦਾ ਹੈ ਸ਼ਾਇਦ ਤੁਹਾਡੇ ਵਾਸਤੇ ਇਹ ਗ੍ਰਾਫ ਪੇਪਰ ਜੋ ਹੈ ਸ਼ਾਇਦ 5ਵੀਂ ਕਲਾਸ ਦੇ ਵਿੱਚ ਮੇਰੇ ਖਿਆਲ ਤੋਂ ਤੁਸੀਂ ਪਹਿਲੀ ਵਾਰ ਯੂਜ਼ ਕਰ ਰਹੇ ਹੋ। ਤਾਂ ਕੋਈ ਗੱਲ ਨਹੀਂ, ਅਸੀਂ ਆਰਾਮ ਨਾਲ ਬੜੇ ਹੀ ਪਿਆਰ ਦੇ ਨਾਲ ਇਸ ਨੂੰ ਸਮਝਾਂਗੇ। ਕੋਈ ਇੰਨਾ ਔਖਾ ਵੀ ਨਹੀਂ ਹੈ, ਈਜ਼ੀ ਜਿਹਾ ਹੁੰਦਾ ਹੈ। ਬਾਕੀ ਇਹ ਹੈ ਕਿ ਜਿਹੜੀ ਅਗਲੀ ਤੁਹਾਡੀ ਜਮਾਤਾਂ ਨੇ ਉਹਨਾਂ ਦੇ ਵਿੱਚ ਇਹ ਜੋ ਗ੍ਰਾਫ ਪੇਪਰ ਹੈ ਉਹਦਾ ਯੂਜ਼ ਤੁਹਾਨੂੰ ਅੱਗੇ ਮਤਲਬ ਵੱਧਦਾ ਹੀ ਜਾਣਾ ਹੈ, ਇਨਕਰੀਜ਼ ਹੁੰਦਾ ਜਾਣਾ ਹੈ। ਤਾਂ ਇੱਥੇ ਥੋੜਾ ਜਿਹਾ ਬੇਸਿਕ ਜਿਹਾ ਤੁਹਾਨੂੰ ਦਿੱਤਾ ਗਿਆ ਹੈ, ਆਸਾਨ ਜਿਹਾ ਹੈ, ਸਮਝ ਲਓ ਚੰਗੀ ਤਰ੍ਹਾਂ। ਜੋ ਬੇਸਿਕ ਹੈ ਮੈਂ ਤੁਹਾਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਤਾਂ ਚਲੋ ਸਟਾਰਟ ਕਰਦੇ ਹਾਂ। ਦੇਖੋ, ਹਾਂਜੀ, ਇਸ ਨੂੰ ਅਸੀਂ ਗ੍ਰਾਫ ਨੋਟਬੁੱਕ ਕਹਿੰਦੇ ਹਾਂ। ਇਹ ਤੁਸੀਂ ਬਾਜ਼ਾਰੋਂ ਜੋ ਹੈ ਖਰੀਦ ਸਕਦੇ ਹੋ, ਠੀਕ ਹੈ। ਕਿਸੇ ਵੀ ਜੋ ਹੈ ਸਟੇਸ਼ਨਰੀ ਸ਼ੋਪ ਤੇ ਜਾ ਕੇ ਜੋ ਸ਼ੋਪਕੀਪਰ ਹੈ ਉਸ ਨੂੰ ਕਹਿ ਦੇਣਾ ਵੀ ਗ੍ਰਾਫ ਨੋਟਬੁੱਕ ਚਾਹੀਦੀ ਹੈ ਸਾਨੂੰ, ਤੇ ਉਹਦੇ ਵਿੱਚ ਇਦਾਂ ਦੇ ਗ੍ਰਾਫਸ ਤੁਹਾਨੂੰ ਮਿਲ ਜਾਣਗੇ। ਹੁਣ ਜ਼ਰਾ ਧਿਆਨ ਨਾਲ ਨੋਟਿਸ ਕਰਨਾ, ਸਭ ਤੋਂ ਪਹਿਲਾਂ ਅਸੀਂ ਜੋ ਹੈ ਕਿਵੇਂ ਸਟਾਰਟ ਕਰਨਾ ਹੈ। ਦੇਖੋ, ਇੱਕ ਨਾ ਪਹਿਲਾਂ ਤੁਸੀਂ ਇਹ ਸਮਝ ਲਓ ਵੀ ਇਹ ਤੁਸੀਂ ਵੇਖ ਰਹੇ ਹੋਗੇ ਕਿ ਮੈਂ ਇੱਕ ਮਿੰਟ, ਹਾਂਜੀ, ਇਹ ਵਾਲਾ ਜੋ ਹੈ ਇੱਕ ਮਤਲਬ ਬਾਕਸ ਮੰਨ ਸਕਦੇ ਹੋ, ਇਹ ਦੂਜਾ ਬਾਕਸ ਮੰਨ ਸਕਦੇ ਹੋ, ਇਹ ਤੀਜਾ ਬਾਕਸ ਮੰਨ ਸਕਦੇ ਹੋ, ਠੀਕ ਹੈ। ਤਾਂ ਮੈਂ ਜੋ ਹੈ ਪਹਿਲੇ 3 ਬਾਕਸਿਸ ਛੋੜ ਕੇ ਜੋ ਹੈ ਇਹ ਵਾਲੀ ਜੋ ਲਾਈਨ ਹੈ ਇਹ ਇਸ ਤਰ੍ਹਾਂ, ਠੀਕ ਹੈ, ਇਹ ਜੋ ਲਾਈਨ ਜਾ ਰਹੀ ਹੈ ਇਹ ਇਸ ਤਰ੍ਹਾਂ ਡਰਾ ਕੀਤੀ ਸੀ। ਇਹ 3 ਬਾਕਸਿਸ ਛੱਡਣ ਦਾ ਰੀਜ਼ਨ ਕੀ ਸੀ ਵੀ ਜੋ ਇਹ ਸਕੇਲ ਮੈਂ ਲਿਖਿਆ ਹੈ ਨਾ 0, 8, 16, 24, 32,
ਇੱਕ ਤਾਂ ਇਸ ਨੂੰ ਲਿਖਣ ਦਾ ਸਪੇਸ ਮਿਲ ਜਾਂਦਾ ਹੈ, ਠੀਕ ਹੈ, ਲੈਫਟ ਸਾਈਡ ਤੇ ਦੂਜਾ ਇਹ ਜੋ ਨੰਬਰ ਆਫ ਸੋਲਡ ਸੈਟਸ ਹੈ ਇਹ ਕਿਵੇਂ ਮੈਂ ਲਿਖਿਆ ਹੈ, ਇਹ ਸਾਨੂੰ ਡਾਟਾ ਹੀ ਜੋ ਟੇਬਲ ਦੇ ਵਿੱਚ ਗਿਵਨ ਸੀ ਉਸੇ ਤੋਂ ਮੈਂ ਲਿਖਿਆ ਹੈ। ਤੁਹਾਨੂੰ ਹੁਣੇ ਸਮਝਾਵਾਂਗਾ, ਜ਼ਰਾ ਥੋੜਾ ਜਿਹਾ ਵੇਟ ਕਰੋ ਬਸ। ਹਾਂਜੀ, ਸਭ ਤੋਂ ਪਹਿਲਾਂ ਇਸ ਬਾਰ ਗ੍ਰਾਫ ਦੇ ਵਿੱਚ ਹੁੰਦਾ ਕੀ ਹੈ, ਇੱਕ ਤਾਂ ਦੇਖੋ ਵੈਸੇ ਇੱਥੇ ਮੈਂਸ਼ਨ ਨਹੀਂ ਹੈ ਤੁਹਾਡੀ ਜਮਾਤ ਦੇ ਵਿੱਚ ਐਕਸ ਐਕਸਿਸ ਤੇ ਵਾਈ ਐਕਸਿਸ, ਪਰ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿਉਂਕਿ ਅੱਗੇ ਜਿਹੜੀ ਤੁਹਾਡੀ ਜਮਾਤਾਂ ਨੇ ਉਹਨਾਂ ਦੇ ਵਿੱਚ ਇਹ ਦੋਵੇਂ ਐਕਸਿਸ ਜ਼ਰੂਰ ਜੋ ਹੈ ਯੂਜ਼ ਹੋਣੀਆਂ ਨੇ। ਜਿਹੜਾ ਤੁਸੀਂ ਇਹ ਵੇਖ ਸਕਦੇ ਹੋ, ਮੈਂ ਥੋੜਾ ਸਾਈਜ਼ ਇਨਕਰੀਜ਼ ਕਰਦਾ। ਹਾਂਜੀ, ਇਹ ਜਿਹੜੀ ਲਾਈਨ ਤੁਸੀਂ ਦੇਖ ਰਹੇ ਹੋ ਨਾ, ਇਹ ਵਾਲੀ, ਠੀਕ ਹੈ, ਇਹ 0 ਤੋਂ ਲੈ ਕੇ ਜਿਸ ਦੇ ਉੱਪਰ A B C D E ਤੇ ਇਹ ਮੈਂ ਇੱਥੇ ਤੱਕ ਜੋ ਹੈ ਐਰੋ ਦਾ ਸਾਈਨ ਲਗਾਇਆ ਹੋਇਆ ਹੈ। ਹਾਂਜੀ, ਜਿਸ ਨੂੰ ਮੈਂ ਹੁਣ ਇਹ ਬਲੈਕ ਜੋ ਮਤਲਬ ਮਾਰਕਰ ਦੇ ਨਾਲ ਜੋ ਹੈ ਇਸ ਨੂੰ ਇੱਕ ਤਰ੍ਹਾਂ ਦਾ ਸਰਕਲ ਜਾਂ ਕਹਿ ਲਓ ਜਾਂ ਬਸ ਹਾਈਲਾਈਟ ਕੀਤਾ ਹੈ। ਇਸ ਲਾਈਨ ਨੂੰ ਅਸੀਂ ਕਹਿੰਦੇ ਹਾਂ ਹੋਰੀਜ਼ੋਨਟਲ ਐਕਸਿਸ। ਹੋਰੀਜ਼ੋਨਟਲ ਦਾ ਮੀਨਿੰਗ ਕੀ ਹੁੰਦਾ ਹੈ ਵੀ ਇੱਕ ਤਰ੍ਹਾਂ ਦਾ ਮਤਲਬ ਇਹ ਐਕਸਿਸ ਜੋ ਹੈ ਲੇਟੀ ਹੋਈ ਹੈ, ਤੁਸੀਂ ਦੇਖ ਹੀ ਸਕਦੇ ਹੋ ਵੀ ਇਹ ਐਕਸਿਸ ਜੋ ਹੈ ਕੁਝ ਇਸ ਤਰ੍ਹਾਂ ਹੈ, ਹੋਰੀਜ਼ੋਨਟਲ ਹੈ। ਹੋਰੀਜ਼ੋਨਟਲ ਮੀਨਸ ਕਿ ਇਹ ਐਕਸਿਸ ਇੱਕ ਤਰ੍ਹਾਂ ਦਾ ਲੇਟੀ ਹੋਈ ਹੈ, ਠੀਕ ਹੈ। ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਹੋਰੀਜ਼ੋਨਟਲ ਐਕਸਿਸ ਤੇ ਐਕਸ ਐਕਸਿਸ। ਆਈ ਹੋਪ ਕਿ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ ਹੈ। ਇਸ ਨੂੰ ਅਸੀਂ ਕਹਿੰਦੇ ਹਾਂ ਐਕਸ ਐਕਸਿਸ ਤੇ ਇੱਕ ਜੋ ਹੈ ਐਕਸਿਸ ਹੁੰਦੀ ਹੈ ਦੂਜੀ ਵਾਲੀ, ਇਹ ਹੁੰਦੀ ਹੈ ਵਾਈ ਐਕਸਿਸ। ਹਾਂਜੀ, ਇਹ ਤੁਸੀਂ ਦੇਖ ਸਕਦੇ ਹੋ, ਇਹ ਹੁੰਦੀ ਹੈ ਵਾਈ ਐਕਸਿਸ, ਠੀਕ ਹੈ। ਇਹ ਜੋ ਮੈਂ ਡਰਾ ਕੀਤੀ ਹੈ ਜਿਸ ਦੇ ਉੱਪਰ 0 8 16 24 32 40 48 56, ਇਸ ਨੂੰ ਅਸੀਂ ਕਹਿੰਦੇ ਹਾਂ ਵਾਈ ਐਕਸਿਸ, ਵਾਈ ਐਕਸਿਸ। ਹਾਂਜੀ, ਤੇ ਇਹ ਜੋ ਥੱਲੇ ਵਾਲੀ ਸੀ, ਠੀਕ ਹੈ, ਇਹ ਹੈ ਐਕਸ ਐਕਸਿਸ। ਵੈਸੇ ਤਾਂ ਤੁਹਾਡੀ ਜਮਾਤ ਦੇ ਵਿੱਚ ਇਸ ਨੂੰ ਮੈਂਸ਼ਨ ਕਰਨ ਦੀ ਜੋ ਹੈ ਜ਼ਰੂਰਤ ਨਹੀਂ ਹੈ, ਪਰ ਮੈਂ ਵੈਸੇ ਹੀ ਤੁਹਾਨੂੰ ਦੱਸ ਦਿੱਤਾ ਹੈ ਵੀ ਇੱਕ ਬਾਰ ਗ੍ਰਾਫ ਦੇ ਵਿੱਚ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਦੋ ਐਕਸਿਸ ਜੋ ਹੈ ਲੈਣੀਆਂ ਹੁੰਦੀਆਂ ਹੈ। ਜਿਹੜੀ ਇੱਕ ਤਰ੍ਹਾਂ ਦੀ ਲੇਟੀ ਹੋਈ ਹੁੰਦੀ ਹੈ ਐਕਸਿਸ ਲਾਈਨ, ਉਸ ਨੂੰ ਅਸੀਂ ਐਕਸ ਐਕਸਿਸ ਕਹਿੰਦੇ ਹਾਂ ਜਾਂ ਫਿਰ ਹੋਰੀਜ਼ੋਨਟਲ ਐਕਸਿਸ ਵੀ ਕਹਿੰਦੇ ਹਾਂ। ਤੇ ਜਿਹੜੀ ਇਹ ਵਾਈ ਐਕਸਿਸ ਹੈ ਇਹ ਜੋ ਹੈ ਖੜੀ ਹੁੰਦੀ ਹੈ, ਠੀਕ ਹੈ, ਇਹ ਖੜੀ ਹੋਈ ਲਾਈਨ ਹੁੰਦੀ ਹੈ। ਤੁਸੀਂ ਵੇਖ ਸਕਦੇ ਹੋ ਇਹ ਲਾਈਨ ਜੋ ਹੈ ਖੜੀ ਹੋਈ ਹੈ, ਠੀਕ ਹੈ, ਇਸ ਤਰ੍ਹਾਂ ਕਰਕੇ। ਤੇ ਇਹ ਜੋ ਖੜੀ ਹੋਈ ਲਾਈਨ ਹੈ ਇਸ ਨੂੰ ਵਾਈ ਐਕਸਿਸ, ਤੇ ਦੂਜਾ ਇਹਦਾ ਨਾਮ ਜੋ ਹੈ ਉਹ ਹੈ ਵਰਟੀਕਲ ਐਕਸਿਸ। ਜਿਵੇਂ ਅਸੀਂ ਐਕਸ ਐਕਸਿਸ ਨੂੰ ਕਹਿੰਦੇ ਹਾਂ ਹੋਰੀਜ਼ੋਨਟਲ ਐਕਸਿਸ, ਉੱਦਾਂ ਹੀ ਵਾਈ ਐਕਸਿਸ ਨੂੰ ਅਸੀਂ ਕਹਿੰਦੇ ਹਾਂ ਵਰਟੀਕਲ ਐਕਸਿਸ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ ਵੀ ਕਦੀ ਵੀ ਅਸੀਂ ਜੋ ਹੈ ਅਗਰ ਬਾਰ ਗ੍ਰਾਫ ਸਟਾਰਟ ਕਰਨਾ ਹੈ ਬਣਾਉਣਾ ਤਾਂ ਸਾਨੂੰ ਦੋ ਐਕਸਿਸ ਦੀ ਜੋ ਹੈ ਜ਼ਰੂਰਤ ਹੁੰਦੀ ਹੈ। ਇੱਕ ਤਾਂ ਐਕਸ ਐਕਸਿਸ ਹੈ ਤੇ ਇੱਕ ਵਾਈ ਐਕਸਿਸ ਹੈ। ਹਾਂਜੀ, ਹੁਣ ਇਸ ਤੋਂ ਅੱਗੇ ਕੀ ਹੈ, ਦੇਖੋ ਇਸ ਤੋਂ ਅੱਗੇ ਨਾ ਅਸੀਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਸਮਝਾ ਦਾਂ। ਮੈਂ ਥੋੜਾ ਇਨਕਰੀਜ਼ ਕਰਕੇ ਦਿਖਾਣਾ ਤੁਹਾਨੂੰ। ਹਾਂਜੀ, ਇਹ ਵਾਲਾ ਜਿਹੜਾ ਪੁਆਇੰਟ ਹੈ ਜ਼ਰਾ ਧਿਆਨ ਨਾਲ ਨੋਟਿਸ ਕਰਨਾ, ਇਹ ਵਾਲਾ। ਹਾਂਜੀ, ਇਹ ਵਾਲਾ ਜਿਹੜਾ ਪੁਆਇੰਟ ਹੈ ਨਾ, ਇੱਥੇ ਜ਼ਰਾ ਨੋਟਿਸ ਕਰੋ ਵੀ ਇਹ ਜੋ ਹੋਰੀਜ਼ੋਨਟਲ ਵਾਲੀ ਜੋ ਐਕਸ ਐਕਸਿਸ ਹੈ, ਠੀਕ ਹੈ, ਤੇ ਇਹ ਜੋ ਵਾਈ ਐਕਸਿਸ ਹੈ, यानी कि जो लेटी हुई एक्सिस है तो जो खड़ी हुई एक्सिस है, इस पॉइंट ते ये जो है ये दोवें एक्सिस मिलदियां पईयां ने, ठीक है। तो इस पॉइंट ਨੂੰ ਅਸੀਂ ਕਹਿੰਦੇ ਹਾਂ ओरिजिन ORIGIN ओरिजिन, ठीक है। ਇੱਥੇ ਕੀ ਹੁੰਦਾ ਹੈ, ਇੱਥੇ 0 ਤੋਂ ਸਟਾਰਟਿੰਗ ਹੁੰਦੀ ਹੈ। ਵੀ ਇਦਾਂ ਸਮਝ ਲਓ ਇੱਥੋਂ ਦੀ ਤੁਹਾਡੀ ਜੋ x ਐਕਸਿਸ ਹੈ, ਵੀ ਇੱਥੋਂ ਦੀ ਤੁਹਾਡੀ ਜੋ ਹੈ x ਐਕਸਿਸ ਤੇ y ਐਕਸਿਸ, ਇਹ ਦੋਵੇਂ ਜੋ ਹੈ ਇਹ ਸ਼ੁਰੂ ਹੁੰਦੀਆਂ ਨੇ, ਸਟਾਰਟ ਹੁੰਦੀਆਂ ਨੇ। ओरिजिन ਅਸੀਂ ਉਸ ਪੁਆਇੰਟ ਨੂੰ ਕਹਿੰਦੇ ਹਾਂ ਜਿੱਥੋਂ ਦੀ ਕੋਈ ਚੀਜ਼ ਸਟਾਰਟ ਹੁੰਦੀ ਹੈ, ਜਿੱਥੋਂ ਦੀ ਉਹ ਜੋ ਹੈ ਪ੍ਰੋਡਿਊਸ ਹੋਣਾ ਜਾਂ ਪੈਦਾ ਹੋਣਾ ਜੋ ਹੈ ਉਹ ਸ਼ੁਰੂ ਹੁੰਦੀ ਹੈ। ਤਾਂ x ਐਕਸਿਸ ਤੇ y ਐਕਸਿਸ ਦਾ ਇਹ ਜੋ ਪੁਆਇੰਟ ਹੈ ਨਾ, ਇਹ ਜੋ ਹੈ ਇਸ ਨੂੰ ਅਸੀਂ ओरिजिन ਕਹਿੰਦੇ ਹਾਂ ਵੀ ਇੱਥੋਂ ਦੀ ਦੋਵੇਂ ਐਕਸਿਸ ਜੋ ਹੈ ਸਟਾਰਟ ਹੁੰਦੀਆਂ ਹੈ। ਹੁਣ ਜਦ ਵੀ ਅਸੀਂ ਸਟਾਰਟਿੰਗ ਲੈਣੀ ਹੈ ਤੁਹਾਨੂੰ ਪਤਾ ਹੈ ਉਹ ਅਸੀਂ 0 ਤੋਂ ਲੈਣੀ ਹੁੰਦੀ ਹੈ, ਠੀਕ ਹੈ। ਇਟ ਮੀਨਸ ਕਿ ਇੱਥੇ ਜੋ ਹੈ x ਐਕਸਿਸ ਤੇ y ਐਕਸਿਸ ਦੋਵੇਂ ਜੋ ਹੈ ਉਹ 0 ਨੇ। ਇਸ ਨੂੰ ਅਸੀਂ ओरिजिन ਕਹਿੰਦੇ ਹਾਂ, ओरिजिन। ਹਾਂਜੀ, ਇਹੀ ਰੀਜ਼ਨ ਹੈ ਕਿ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜੋ ਹੈ ਮੈਂ ਇਹ 0 ਲਿਖਿਆ ਹੈ। ਇਹ 0 ਤੋਂ ਭਾਵ ਕੀ ਹੈ ਵੀ ਇਹ ਇਸ ਪੁਆਇੰਟ ਨੂੰ ਜੋ ਹੈ ਦਰਸਾ ਰਿਹਾ ਹੈ।
आई होप कि तुहानू ये समझ आ गया होना है। हुण अगे असी ये समझना है भी ये ABCDE किद्दां आया, तो ये जो वाई एक्सिस के उपर मैं नंबर ऑफ सोल्ड सैट्स लिखा है ये किद्दां आया। हाँ जी, हुण इस टेबल ते जो सानू क्वेश्चन दे विच दे रखा है, इसनू जरा ध्यान नाल इस टेबल नू वेखो। इस टेबल दे विच सानू की कुछ दे रखा है। एक तो दे रखा है भी सानू नेम ऑफ कंपनी, ठीक है। दूजा सानू दे रखा है नंबर ऑफ सोल्ड सैट्स, भी कंपनी ए ने जो है 40 जो है 40 जो है फ़ोन बेचे, ठीक है। कंपनी बी ने जो है 32 जो है मोबाइल फोन्स बेचे। इदा करके जो है सानू ये डाटा जो है दे रखा है। तो इत्थे एक गल नोटिस करो, इन्होंने सानू स्केल दे विच दे रखा है भी स्केल सानू मैंशन है 8 सैट्स इज इक्वल टू 1 यूनिट। मैं तुहानू पहले ही कह दिता सी भी ये काफ़ी इंपोर्टेंट है। हुण इसका रोल आ रहा है, जरा इसनू ध्यान नाल समझना भी 8 सैट्स इज इक्वल टू 1 यूनिट का मीनिंग की है, तो इस डाटा नू असी किद्दां यूज़ करना है। देखो इत्थे मैं तुहानू एक गल पहले ही दस देना चाहना हाँ। सब तो पहला ना एक नंबर नोट डाउन कर लो 96। इसका रीज़न की है भी अगर असी ये 40 नू देखिए, 32 नू देखिए, 56, 72 ते 96, इन्हां सारे दे विचों 96 जो है वो सब तो वड्डा नंबर है। इट मीनस कि असी की करना है भी 96 तक सानू जो है नंबरिंग करनी है। नंबरिंग कित्थे करनी है आओ मैं तुहानू समझाना हाँ, तो स्केल का यूज़ किवें करना है ये भी दस देना हाँ। हाँ जी, एक चीज़ तुसी इत्थे ये समझ लो भी जिवें एक तुसी ग्राफ पेपर के उपर ये वाला बार ग्राफ तुसी बनाओगे तो तुसी ना ये स्केल मैंशन कर देना है। जिहड़ा स्केल इत्थे लिखा गया सी, हाँ जी, ये जो स्केल इत्थे लिखा हुआ सी ना 8 सैट्स इज इक्वल टू 1 यूनिट, तो यही जो स्केल है ना तुसी ये बार ग्राफ के उपर जो है तुसी इत्थे जो है मैंशन कर देना है ये इत्थे, ठीक है। यही चीज़ 8 सैट्स इज इक्वल टू 1 यूनिट, ये जो है तुसी बार ग्राफ जो ये ग्राफ पेपर है इस दे तुसी इदा कह सकते हो भी जो राइट साइड ते अपर जो पोजीशन है उत्थे जो है यानी कि सज्जे पासे नू तुसी जो है जो ऊपर वाली जो थां है उत्थे जो है तुसी ये मैंशन जो है कर देना है। हाँ जी, ये वही स्केल है जो सानू ऊपर दे रखा सी। हुण असी आने भी असी नंबरिंग किवें करनी है, जरा ध्यान नाल नोटिस करना। एक तो बच्चों देखो एक जरा 1 2 ते 3, ठीक है। ये तुहानू बॉक्स नज़र आ रहे होने हैं। मैं बॉक्स किसनू कह रहा हाँ, मैं एक बार फिर दस देना हाँ। देखो ये इस चीज़ नू, ठीक है, इस चीज़ नू मैं बॉक्स कह रहा हाँ। ये देख रहे हो तुसी ये एक लाइन जा रही है, ठीक है, इसनू मैं जो है बॉक्स कह रहा हाँ। हाँ जी, तो इसनू असी जो है एक यूनिट मनते हाँ। इस दे अंदर हुंदा की है बच्चों, इस दे अंदर ना देखो मैं तुहानू समझा देना हाँ। अगर तुसी काउंट करोगे ना 1, मैं तुहानू दसदा हाँ। देखो इस बॉक्स दे अंदर की है, जरा ध्यान नाल देखना। अगर तुसी ये जो बरीक लाइन्स ने इन्हां नू काउंट करोगे, ये जो बरीक लाइन्स ने, तो तुसी अगर ध्यान नाल काउंट करोगे तो हमें 10 लाइनां जो है नज़र आएंगियां। 1 2 3 4 5 6 7 8 9 10। थोड़ा जा ये ओवरलैप हुए हैं, नंबर जो है एक दूजे के उत्ते आए हैं क्योंकि इस तो वध जो है होर जूम नहीं हो रहा है, बस इन्ना ही जूम हो रहा है। बस तुसी ये समझो भी इस बॉक्स दे विच 10 बरीक लाइनां ने, ठीक है। तो ये जो पंजवीं वाली लाइन है ना, ए वाली, ये जो है थोड़ी जी डार्क ज़्यादा होंदी है, ये जो लाइन जा रही है, ठीक है। इसका यूज़ असी कित्थे करना है ये मैं तुहानूं दसांगा। तो ये तुसी नोट डाउन कर लिया है भी एक बॉक्स दे विच 10 लाइनां होंदियां ने, हाँ जी, बरीक लाइनां। इस तो बाद अगे हुण असी की करना है, हुण असी यूज़ करना है उस स्केल का जिहड़ा सानूं मैंशन सी भी 8 सैट्स इज इक्वल टू 1 यूनिट। हाँ जी, हुण देखना जरा स्टार्टिंग तो देखो। यह जो है वो पॉइंट है जिथे एक्स एक्सिस ते वाई एक्सिस जो है मीट कर रही ने, यानी कि मिल रही ने। तो यह तो साडा हो गया ओरीजन, इसनों असी 0 मान लिया।
ਹੁਣ 0 ਤੋਂ ਬਾਅਦ ਜ਼ਰਾ ਧਿਆਨ ਨਾਲ ਨੋਟਿਸ ਕਰਨਾ, ਇਹ ਜੋ ਹੈ ਇਹ ਇੰਨਾ, ਇਹ ਸਾਡਾ ਇੱਕ ਜੋ ਹੈ ਬਾਕਸ ਹੈ, ਠੀਕ ਹੈ। ਤੇ ਜਦ ਉਹਨਾਂ ਨੇ ਕਿਹਾ ਸੀ ਨਾ ਵੀ 1 ਯੂਨਿਟ ਤੋਂ ਭਾਵ ਕੀ ਹੁੰਦਾ ਹੈ, ਇਸੇ ਨੂੰ ਜੋ ਹੈ ਮਤਲਬ ਇੱਕ ਬਾਕਸ ਨੂੰ ਜੋ ਹੈ 1 ਯੂਨਿਟ ਕਿਹਾ ਜਾਂਦਾ ਹੈ। ਗ੍ਰਾਫ ਪੇਪਰ ਦੇ ਅੰਦਰ ਇਸੇ ਨੂੰ ਜੋ ਹੈ 1 ਯੂਨਿਟ ਕਿਹਾ ਜਾਂਦਾ ਹੈ ਇੱਕ ਬਾਕਸ ਨੂੰ, ਜਿਹਦੇ ਅੰਦਰ 10 ਲਾਈਨਾਂ ਆਉਂਦੀਆਂ ਨੇ, ਬਰੀਕ ਵਾਲੀ ਲਾਈਨਸ। ਅਸੀਂ ਹੁਣ ਕੀ ਕੀਤਾ ਹੈ, ਜਿਹੜਾ ਤੁਸੀਂ ਇਹ ਦੇਖ ਰਹੇ ਹੋ 8, ਠੀਕ ਹੈ, ਇਸ ਨੂੰ ਜ਼ਰਾ ਧਿਆਨ ਨਾਲ ਸਮਝਣਾ। ਹਾਂਜੀ, ਜਿਹੜਾ ਇਹ 8 ਹੈ ਨਾ, 0 ਤੋਂ ਲੈ ਕੇ ਇਹ ਇੱਥੇ ਤੱਕ, ਠੀਕ ਹੈ, 0 ਤੋਂ ਲੈ ਕੇ ਇੱਥੇ ਤੱਕ ਜੋ ਹੈ 8 ਤੱਕ ਇੱਕ ਬਾਕਸ ਹੈ। ਇੱਕ ਬਾਕਸ ਤੋਂ ਭਾਵ ਕੀ ਹੈ, ਇੱਕ ਯੂਨਿਟ ਹੈ ਇਸ ਗ੍ਰਾਫ ਪੇਪਰ ਦਾ। ਤਾਂ ਜੋ ਸਕੇਲ ਦੇ ਵਿੱਚ ਮੈਂਸ਼ਨ ਸੀ ਨਾ ਵੀ 8 ਸੈਟਸ ਇਜ਼ ਇਕੁਅਲ ਟੂ 1 ਯੂਨਿਟ, ਉਹ ਜੋ ਹੈ ਅਸੀਂ ਇੱਥੇ y ਐਕਸਿਸ ਦੇ ਉੱਪਰ ਜੋ ਹੈ ਲਿੱਤਾ ਹੈ ਵੀ ਇੱਕ ਬਾਕਸ ਜੋ ਹੈ ਇਸ ਗ੍ਰਾਫ ਪੇਪਰ ਦੇ ਵਿੱਚ ਜੋ ਹੈ ਉਹ 8 ਸੈਟਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਯਾਨੀ ਕਿ 1 ਯੂਨਿਟ ਜੋ ਹੈ ਉਹ 8 ਸੈਟਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਜੋ ਇਹ 8 ਹੈ ਇਹ ਜੋ ਹੈ ਮੋਬਾਈਲ ਫੋਨਸ ਹੈ, ਸੈਟਸ ਹੈ। ਤਾਂ ਇਹ ਜੋ ਇੱਕ ਬਾਕਸ ਹੈ ਇਹ ਜੋ ਹੈ ਇੱਕ ਯੂਨਿਟ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਔਰ ਇੱਕ ਯੂਨਿਟ ਜੋ ਹੈ ਸਕੇਲ ਦੇ ਅਕੋਰਡਿੰਗ 8 ਸੈਟਸ ਦੇ ਬਰਾਬਰ ਹੈ। ਹੁਣ ਅੱਗੇ ਤੁਸੀਂ ਕੀ ਕਰਨਾ ਹੈ ਵੀ ਇਦਾਂ ਹੀ ਦੇਖੋ, ਜਿਵੇਂ ਹੁਣ ਇਹ ਜੋ ਹੈ, ਅਗਰ ਇੰਨੀ ਚੀਜ਼ ਉਹਨਾਂ ਨੇ ਸਾਨੂੰ ਦੱਸ ਦਿੱਤੀ ਹੈ ਵੀ ਇੱਕ ਬਾਕਸ 8 ਜੋ ਹੈ ਸੈਟਸ ਦੇ ਇਕੁਅਲ ਹੈ, ਇਟ ਮੀਨਸ ਕਿ ਅਗਲੇ ਵਾਲਾ ਜੋ ਬਾਕਸ ਹੈ ਉਹ ਜੋ ਹੈ ਹੋਰ 8 ਸੈਟਸ ਦੇ ਇਕੁਅਲ ਹੋਏਗਾ। ਤੇ ਅਗਰ ਅਸੀਂ 0 ਤੋਂ ਅਗਰ ਅਸੀਂ ਲੈਂਦੇ ਹਾਂ ਤਾਂ 0 ਤੋਂ ਇੱਥੇ ਤੱਕ 8 ਹੋ ਗਿਆ, 8 + 8 16 ਹੋ ਗਿਆ, ਕਿਉਂਕਿ ਅਸੀਂ 0 ਤੋਂ 2 ਬਾਕਸ ਉੱਪਰ ਜਾ ਚੁੱਕੇ ਹਾਂ। ਇੱਦਾਂ ਹੀ ਅਸੀਂ 0 ਤੋਂ ਉੱਪਰ ਤੀਜਾ ਬਾਕਸ ਜਾਵਾਂਗੇ ਤਾਂ 16 + 8 ਉਹ ਹੋ ਗਿਆ 24। ਇੱਦਾਂ ਕਹਿ ਲਓ ਕਿ ਅਸੀਂ 8 ਦਾ ਟੇਬਲ ਜੋ ਹੈ ਲਿਖਣਾ ਹੈ। ਤੇ ਇੱਥੇ ਇੱਕ ਗੱਲ ਨੋਟਿਸ ਕਰਨ ਵਾਲੀ ਇਹ ਹੈ ਵੀ ਤੁਸੀਂ ਇੱਦਾਂ ਨਹੀਂ ਕਰ ਸਕਦੇ ਵੀ ਪਹਿਲਾ ਜੋ ਬਾਕਸ ਹੈ ਉਹ ਤਾਂ ਤੁਸੀਂ ਜੋ ਹੈ ਇੱਦਾਂ ਮਤਲਬ 8 ਦੇ ਇਕੁਅਲ ਲੈ ਲਿਆ, ਅਗਲਾ ਤੁਸੀਂ ਇੱਦਾਂ ਕਰ ਦਿਓ ਵੀ ਅਸੀਂ ਜੋ ਹੈ ਇਹ 10 ਦੇ ਇਕੁਅਲ ਲੈ ਲਈਏ। ਇਹ ਨਹੀਂ ਅਸੀਂ ਇੱਦਾਂ ਕਰ ਸਕਦੇ, ਠੀਕ ਹੈ। ਉਹਦਾ ਰੀਜ਼ਨ ਕੀ ਹੈ ਕਿ ਅਸੀਂ ਸੇਮ ਜੋ ਹੈ ਇਹ ਨੰਬਰ y ਐਕਸਿਸ ਦੇ ਉੱਪਰ ਲਿਖਣਾ ਹੁੰਦਾ ਹੈ, ਸੇਮ ਸਕੇਲ ਲੈ ਕੇ ਚੱਲਣਾ ਹੁੰਦਾ ਹੈ। ਵੀ ਅਗਰ ਪਹਿਲਾ ਜੋ ਬਾਕਸ ਹੈ ਇੱਕ ਯੂਨਿਟ ਨੂੰ ਅਗਰ ਅਸੀਂ 8 ਦੇ ਇਕੁਅਲ ਲੈ ਕੇ ਚੱਲ ਰਹੇ ਹਾਂ, 8 ਸੈਟਸ ਦੇ ਇਕੁਅਲ ਲੈ ਕੇ ਚੱਲ ਰਹੇ ਹਾਂ, ਤਾਂ ਅਗਲੇ ਵਾਲਾ ਜਿਹੜਾ ਬਾਕਸ ਹੈ ਉਸ ਨੂੰ ਵੀ ਜੋ ਹੈ ਅਸੀਂ 8 ਸੈਟਸ ਦੇ ਇਕੁਅਲ ਹੀ ਜੋ ਹੈ ਲੈ ਕੇ ਚੱਲਾਂਗੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਵੇਖੋ ਜੋ ਇਹ ਗ੍ਰਾਫ ਪੇਪਰ ਵਾਲਾ ਕੰਸੈਪਟ ਹੈ ਤੁਹਾਡੇ ਵਾਸਤੇ ਨਵਾਂ ਹੈ। ਅਗਰ ਮੈਂ ਤੁਹਾਨੂੰ ਨਹੀਂ ਸਮਝਾ ਪਾਇਆ ਹਾਂ ਤਾਂ ਮੈਨੂੰ ਨੀਚੇ ਕਮੈਂਟ ਦੇ ਵਿੱਚ ਦੱਸ ਦੇਣਾ, ਫਿਰ ਮੈਂ ਇੱਕ ਵਾਰੀ ਹੋਰ ਜੋ ਹੈ ਕੋਸ਼ਿਸ਼ ਕਰਾਂਗਾ ਤੁਹਾਨੂੰ ਸਮਝਾਉਣ ਦੀ। ਬਾਕੀ ਇੰਨਾ ਵੀ ਔਖਾ ਨਹੀਂ ਹੈ। ਹਾਂਜੀ, ਤਾਂ ਪਹਿਲੇ ਵਾਲਾ ਜੋ ਬਾਕਸ ਹੈ ਉਹ ਤਾਂ ਅਸੀਂ ਲੈ ਲਿਆ 8 ਸੈਟਸ ਦੇ ਇਕੁਅਲ, ਫਿਰ ਅਗਲੇ ਵਾਲਾ ਬਾਕਸ ਅਗਲੇ 8 ਸੈਟਸ ਨੂੰ ਜੋ ਹੈ ਐਡ ਕਰੇਗਾ ਤਾਂ ਸਾਨੂੰ ਮਿਲੇਗਾ 16। ਫਿਰ ਅੱਗੇ ਅਸੀਂ ਹੋਰ ਚੱਲਾਂਗੇ, 8 ਸੈਟਸ ਹੋਰ ਐਡ ਕਰਾਂਗੇ ਤਾਂ ਸਾਨੂੰ ਮਿਲੇਗਾ 24। ਇੱਦਾਂ ਹੀ ਐਡ ਕਰਦੇ ਕਰਦੇ ਅਸੀਂ 32 40 ਵੇਖ ਸਕਦੇ ਹੋ ਤੁਸੀਂ, ਇਹ ਅਸੀਂ y ਐਕਸਿਸ ਦੇ ਉੱਪਰ ਲੈ ਰਹੇ ਹਾਂ, ਠੀਕ ਹੈ। 32 40 48 56 64 72 80 88 ਤੇ 96। ਹੁਣ ਤੁਸੀਂ ਇੱਥੇ ਨੋਟ ਡਾਊਨ ਕਰ ਸਕਦੇ ਹੋ ਕਿ ਮੈਂ 96 ਤੇ ਜਾ ਕੇ ਰੁਕ ਗਿਆ ਹਾਂ। ਹੁਣ 96 ਤੇ ਜਾ ਕੇ ਰੁਕਣ ਦਾ ਕਾਰਨ ਇਹ ਹੈ ਵੀ ਸਾਡੇ ਕੋਲ ਨਾ ਜ਼ਰਾ ਧਿਆਨ ਨਾਲ ਵੇਖਣਾ, ਵੈਸੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਵੀ ਇਹ ਜੋ ਡਾਟਾ ਸਾਨੂੰ ਦੇ ਰੱਖਿਆ ਨਾ ਇਸ ਟੇਬਲ ਦੇ ਰਾਹੀਂ, ਇਸ ਦੇ ਵਿੱਚ ਜੋ ਕੰਪਨੀ ਈ ਹੈ, ਇਹ ਕੰਪਨੀ ਈ ਜੋ ਹੈ ਮੈਕਸਿਮਮ ਯਾਨੀ ਕਿ ਸਭ ਤੋਂ ਜ਼ਿਆਦਾ ਜੋ ਹੈ ਮੋਬਾਈਲ ਫੋਨਸ ਵੇਚ ਰਹੀ ਹੈ 96, ਠੀਕ ਹੈ। ਤੇ ਸਾਡੇ ਕੋਲ ਜੋ ਸਭ ਤੋਂ ਜ਼ਿਆਦਾ ਮੈਕਸਿਮਮ ਜੋ ਨੰਬਰ ਹੈ ਨਾ, ਜਿਸ ਨੂੰ ਅਸੀਂ ਬਾਰ ਗ੍ਰਾਫ ਦੇ ਰਾਹੀਂ ਦਰਸਾਉਣਾ ਹੈ, ਰਿਪਰੈਜ਼ੈਂਟ ਕਰਨਾ ਹੈ, ਉਹ 96 ਹੀ ਹੈ। ਇਹ ਰੀਜ਼ਨ ਹੈ ਕਿ ਬਸ ਅਸੀਂ ਆਪਣਾ y ਐਕਸਿਸ ਦੇ ਉੱਪਰ ਜੋ ਲਿੱਤਾ ਹੈ ਇਹ ਨੰਬਰ, ਇਹ 96 ਤੱਕ ਹੀ ਲਿੱਤਾ ਹੈ, ਇਸ ਤੋਂ ਬਾਅਦ ਅਸੀਂ ਅੱਗੇ ਹੋਰ ਨਹੀਂ ਜਾ ਰਹੇ ਹਾਂ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ, ਠੀਕ ਹੈ। ਇੱਥੇ ਇੱਕ ਗੱਲ ਹੋਰ ਦੱਸਦਾ ਵੀ ਜਿਵੇਂ ਤੁਸੀਂ ਇਹ 96 ਜਾਂ 88 ਤੁਸੀਂ ਲਿਖਣਾ ਹੈ ਨਾ, ਤਾਂ ਇੱਥੇ ਹਲਕੀ ਜੀ ਇੱਕ ਛੋਟੀ ਜੀ ਇਹ ਲਾਈਨ ਤੁਸੀਂ ਲਗਾ ਦੇਣੀ ਹੈ, ਬਿਲਕੁਲ ਬਰੀਕ ਜੀ, ਠੀਕ ਹੈ। ਇਹ ਤੁਸੀਂ ਵੇਖ ਸਕਦੇ ਹੋ ਮੈਂ ਲਗਾਈ ਹੋਈ ਹੈ, ਇਸ ਵਾਲੀ ਲਾਈਨ ਦੀ ਗੱਲ ਕਰ ਰਹੇ ਹਾਂ, ਬਿਲਕੁਲ ਬਰੀਕ ਜੀ ਛੋਟੀ ਜੀ ਲਾਈਨ ਲਗਾਣੀ ਹੈ ਤੁਸੀਂ। ਇਹ ਤੁਸੀਂ ਜੋ ਹੈ ਵੇਖ ਸਕਦੇ ਹੋ, ਇਹ ਇਸ ਲਾਈਨ ਦੀ ਜੋ ਹੈ ਮੈਂ ਗੱਲ ਕਰ ਰਿਹਾ ਹਾਂ, ਬਿਲਕੁਲ ਬਰੀਕ ਜੀ ਤੁਸੀਂ ਜੋ ਹੈ ਲਾਈਨ ਜੋ ਹੈ ਲਗਾਣੀ ਹੁੰਦੀ ਹੈ।
ਤੇ ਇਹ ਜੋ ਹੈ 5 ਨੂੰ ਜੋ ਹੈ ਰਿਪਰੈਜ਼ੈਂਟ ਕਰਦੀ ਹੈ ਇਹ ਲਾਈਨ, ਠੀਕ ਹੈ। ਇਸ ਇੱਕ ਬਾਕਸ ਦੇ ਵਿੱਚ ਦੋ ਤਾਂ ਜੋ ਹੈ ਉਹ ਡਾਰਕ ਲਾਈਨਸ ਹੁੰਦੀਆਂ ਨੇ। ਇਹ ਜੋ ਲਾਈਨ ਹੈ ਨੀਚੇ, ਇੱਕ ਮਿੰਟ ਮੈਂ ਜ਼ਰਾ ਤੁਹਾਨੂੰ ਦੱਸਦਾ, ਇਹ ਵਾਲੀ ਜੋ ਲਾਈਨ ਹੈ ਇਹ 0 ਦੀ ਲਾਈਨ ਹੁੰਦੀ ਹੈ, ਇਹ 5 ਦੀ ਲਾਈਨ ਹੁੰਦੀ ਹੈ, ਠੀਕ ਹੈ। ਤੇ ਇਹ ਜੋ ਹੈ ਇਹ 10 ਦੀ ਲਾਈਨ ਹੁੰਦੀ ਹੈ। ਜਿਹੜੀ 5 ਵਾਲੀ ਮਿਡਲ ਵਾਲੀ ਲਾਈਨ ਹੁੰਦੀ ਹੈ ਉਹ ਥੋੜੀ ਜੀ 0 ਤੇ 10 ਵਾਲੀ ਲਾਈਨ ਤੋਂ ਹਲਕੀ ਜੀ ਜੋ ਹੈ ਉਹ ਮਤਲਬ ਜੋ ਹੈ ਘੱਟ ਜੋ ਹੈ ਉਹ ਡਾਰਕ ਹੁੰਦੀ ਹੈ, ਠੀਕ ਹੈ। ਹੁਣ ਚਲੋ ਅਸੀਂ ਗ੍ਰਾਫ ਬਣਾਉਣਾ ਹੁਣ ਬਸ ਸਟਾਰਟ ਕਰਦੇ ਹਾਂ। ਕਾਫੀ ਮੇਰੇ ਖਿਆਲ ਤੋਂ ਜੋ ਹੈ ਅਸੀਂ ਡਿਸਕਸ ਕਰ ਲਿਆ ਹੈ। ਦੇਖੋ ਇੰਨਾ ਡਿਟੇਲ ਦੇ ਵਿੱਚ ਦੱਸਣ ਦਾ ਰੀਜ਼ਨ ਇਹ ਸੀ ਵੀ ਕਈ ਬੱਚਿਆਂ ਵਾਸਤੇ ਇਹ ਜੋ ਬਾਰ ਗ੍ਰਾਫ ਹੈ, ਗ੍ਰਾਫ ਪੇਪਰ ਹੈ, ਇਹ ਨਵੀਂ ਚੀਜ਼ ਹੈ, ਤਾਂ ਫਿਰ ਥੋੜਾ ਜਿਹਾ ਜੋ ਹੈ ਮੇਰੇ ਖਿਆਲ ਤੋਂ ਸਮਾਂ ਜੋ ਹੈ ਮੈਂ ਫालतू ਲੈ ਲਿਆ ਹੈ। ਚਲੋ ਹੁਣ ਅੱਗੇ ਅਸੀਂ ਜੋ ਹੈ ਸਟਾਰਟ ਕਰਦੇ ਹਾਂ। ਹਾਂਜੀ, ਹੁਣ ਨੰਬਰ ਆਫ ਸੋਲਡ ਸੈਟਸ ਤਾਂ ਅਸੀਂ ਜੋ ਹੈ ਮਤਲਬ ਨੰਬਰਿੰਗ ਦੇ ਰਾਹੀਂ ਅਸੀਂ ਲਿਖ ਦਿੱਤੇ हैं, ਸਕੇਲ ਦਾ ਵੀ ਅਸੀਂ ਯੂਜ਼ ਕਰ ਲਿਆ ਹੈ। ਹੁਣ ਨੇਮ ਆਫ ਕੰਪਨੀ ਅਸੀਂ ਕਿੱਦਾਂ ਜੋ ਹੈ ਲਿਖਣਾ ਹੈ, ਤੇ ਇਹ ਜੋ ਬਾਰ ਗ੍ਰਾਫ ਦੇ ਵਿੱਚ ਬਾਰ ਜੋ ਇਹ ਵਰਡ ਆ ਰਿਹਾ ਹੈ ਇਸ ਦਾ ਮੀਨਿੰਗ ਕੀ ਹੈ। ਬਾਰ ਐਕਚੁਅਲੀ ਜੋ ਹੈ ਮਤਲਬ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਬਾਰਸ ਕਿਹਨਾਂ ਨੂੰ ਕਿਹਾ ਜਾਂਦਾ ਹੈ। ਹਾਂਜੀ, ਇੱਥੇ ਇੱਕ ਗੱਲ ਹੋਰ ਨੋਟਿਸ ਕਰ ਲਓ कि जो ये 40 है, 32 है, 56 है, 72 है, 96 है, ये की है ये नंबर ऑफ सोल्ड सेट्स है, ठीक है। ये जो है नंबर ऑफ सोल्ड सेट्स है 40, 32, 56, 72, 96। ਤਾਂ ਇਹਨਾਂ ਨੂੰ ਅਸੀਂ ਇੱਥੇ ਲਿਖਣਾ ਹੈ y ਐਕਸਿਸ ਦੇ। ਹਾਂਜੀ, ਇਹ ਤੁਸੀਂ ਵੇਖ ਸਕਦੇ ਹੋ, ਇਹ ਅਸੀਂ ਇਹ ਇੱਥੇ ਲਿਖਣਾ ਹੈ, ਠੀਕ ਹੈ। ਇਸ ਤਰ੍ਹਾਂ ਕਰਕੇ ਨੰਬਰ ਆਫ ਸੋਲਡ ਸੈਟਸ, ਨੰਬਰ ਆਫ ਸੋਲਡ ਸੈਟਸ, ਤੇ ਇਦਾਂ ਜੋ ਹੈ ਲਾਈਨ ਲਗਾ ਕੇ ਇੱਕ ਐਰੋ ਦਾ ਸਾਈਨ ਜੋ ਹੈ ਲਗਾ ਦੇਣਾ। ਤੁਸੀਂ ਵੇਖ ਸਕਦੇ ਹੋ ਮੈਂ ਇੱਕ ਲਾਈਨ ਲਗਾਈ ਹੋਈ ਹੈ, ਠੀਕ ਹੈ। ਤਾਂ ਨੰਬਰ ਆਫ ਸੋਲਡ ਸੈਟਸ ਇਹ ਤੁਸੀਂ y ਐਕਸਿਸ ਦੇ ਹੀ ਲੈਫਟ ਸਾਈਡ ਤੇ ਲਿਖੋਗੇ। ਹਾਂਜੀ, ਹੁਣ ਅਸੀਂ ਗੱਲ ਕਰ ਲੈਂਦੇ ਹਾਂ ਜੀ x ਐਕਸਿਸ ਤੇ ਅਸੀਂ ਕੀ ਕਰਨਾ ਹੈ। ਵੇਖੋ ਸਾਨੂੰ ਜੋ ਹੈ ਉਹਨਾਂ ਨੇ 5 ਕੰਪਨੀਜ਼ ਦੇ ਰੱਖੀਆਂ ਸੀ, ਤਾਂ ਅਸੀਂ ਇੱਥੇ ਲਿਖਾਂਗੇ ਨੇਮ ਆਫ ਕੰਪਨੀ। ਨੇਮ ਆਫ ਕੰਪਨੀ ਇਹ ਤੁਸੀਂ ਵੇਖ ਸਕਦੇ ਹੋ, ਤੇ ਇਦਾਂ ਹੀ ਤੁਸੀਂ ਜੋ ਹੈ ਇਹ ਐਰੋ ਦਾ ਜੋ ਸਿੰਬਲ ਹੈ, ਹਾਂਜੀ ਐਰੋ ਦਾ ਜੋ ਸਿੰਬਲ ਹੈ ਇਹ ਤੁਸੀਂ ਜੋ ਹੈ ਮੈਂਸ਼ਨ ਕਰ ਦੇਣਾ ਹੈ। ਨੇਮ ਆਫ ਕੰਪਨੀ ਤੇ ਐਰੋ ਦਾ ਸਿੰਬਲ। ਇਸ ਤੋਂ ਬਾਅਦ ਅਸੀਂ ਕਰਨਾ ਕੀ ਹੈ, ਇਸ ਤੋਂ ਬਾਅਦ ਨਾ ਅਸੀਂ ਮੈਂ ਜੋ ਕੰਪਨੀ A ਹੈ ਇਸ ਦਾ ਬਾਰ ਗ੍ਰਾਫ ਥੋੜਾ ਜਿਹਾ ਜ਼ੂਮ ਕਰਕੇ ਸਮਝਾ ਦਿੰਦਾ ਹਾਂ ਤੁਹਾਨੂੰ। ਹਾਂਜੀ, ਪਹਿਲੇ ਨਾ ਅਸੀਂ ਇਹ ਨੋਟ ਡਾਊਨ ਕਰ ਲਈਏ ਵੀ ਕੰਪਨੀ A ਨੇ ਕਿੰਨੇ ਜੋ ਹੈ ਸੈਟਸ यानी कि मोबाइल फ़ोन्स बेचे हैं। तो तुसी देख सकते हो जो कंपनी A है, कंपनी A ने जो है वो 40 यानी कि 40 जो है मोबाइल फ़ोन्स बेचे हैं। इदा ही कंपनी B ने 32 यानी कि जो है 32 जो है मोबाइल फ़ोन्स बेचे हैं। तो पहला कंपनी A दे जो 40 वाला जो नंबर है उसमें किवें हुण असी मैंशन करना है, ज़रा ध्यान नाल समझना। हाँ जी, एक तो तुसी करना की है जो ए वाला एक बॉक्स है ना पहले वाला वो तुसी लीव कर देना है, छोड़ देना है, ठीक है। ये जो पहले वाला बॉक्स है ना ए वाला ये तुसी जो है इदा ही ब्लैंक छोड़ दो। अगले वाले बॉक्स तो तुसी करना की है, इत्थे देखो ज़रा ध्यान नाल मैं कंपनी ए जो है मैंशन कर रखा है। ਹੁਣ ਤੁਸੀਂ ਸਕੇਲ ਨਾਲ ਇਹ ਸਭ ਕੁਝ ਜੋ ਹੈ ਤੁਸੀਂ ਗ੍ਰਾਫ ਪੇਪਰ ਜੋ ਹੈ ਇਹ ਤੁਸੀਂ ਪੈਨਸਿਲ ਦੇ ਰਾਹੀਂ ਜੋ ਹੈ ਡਰਾ ਕਰਨਾ ਹੈ, ਠੀਕ ਹੈ। ਕਿਸੇ ਵੀ ਬੱਚੇ ਨੇ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਿਆ ਨਹੀਂ ਹੈ, ਮੇਰੇ ਕੋਲ ਗਲਤੀ ਹੋਈ ਹੈ। ਤੁਸੀਂ ਗ੍ਰਾਫ ਪੇਪਰ ਤੇ ਕੁਝ ਵੀ ਕਰਨਾ ਹੈ ਤਾਂ ਤੁਸੀਂ ਉਹ ਪੈਨਸਿਲ ਦੇ ਨਾਲ ਹੀ ਕਰਨਾ ਹੈ, ਠੀਕ ਹੈ। ਗ੍ਰਾਫ ਪੇਪਰ ਜੋ ਹੈ ਉਹ ਸਿਰਫ ਜੋ ਹੈ ਪੈਨਸਿਲ ਦੇ ਨਾਲ ਹੀ ਅਸੀਂ ਜੋ ਬਾਰ ਗ੍ਰਾਫ ਬਣਾਉਣਾ ਹੁੰਦਾ ਹੈ ਉਹ ਪੈਨਸਿਲ ਦੇ ਨਾਲ ਹੀ ਬਣਾਉਂਦੇ ਹਾਂ, ਠੀਕ ਹੈ। ਇਸ ਤੇ ਅਸੀਂ ਪੈਨ ਦਾ ਯੂਜ਼ ਨਹੀਂ ਕਰਨਾ ਹੁੰਦਾ। ਹਾਂਜੀ, ਸਕੇਲ ਦੇ ਰਾਹੀਂ ਤੁਸੀਂ ਜੋ ਹੈ ਇਹ ਇਸ ਤਰ੍ਹਾਂ ਜੋ ਹੈ ਇੱਕ ਲਾਈਨ ਜੋ ਹੈ ਇਹ ਸਿੱਧੀ ਜੋ ਹੈ ਇੱਥੇ ਤੱਕ ਖਿੱਚਣੀ ਹੈ। ਹੁਣ ਸਾਹਮਣੇ ਵੇਖੋ ਇਹ ਤੁਹਾਨੂੰ ਜੋ ਹੈ 40 ਨਜ਼ਰ ਆ ਰਿਹਾ ਹੋਣਾ ਹੈ, 40 ਨਜ਼ਰ ਆ ਰਿਹਾ ਹੋਣਾ ਹੈ, ਤੇ ਇੱਥੇ ਜਾ ਕੇ ਨਾ ਮੈਂ ਰੁਕ ਗਿਆ ਹਾਂ। ਉਹਦਾ ਰੀਜ਼ਨ ਕੀ ਹੈ ਕਿ ਮੇਰਾ ਜੋ ਕੰਪਨੀ A ਹੈ, ਠੀਕ ਹੈ, ਕੰਪਨੀ A ਜੋ ਹੈ ਉਹ 40 ਮੋਬਾਈਲ ਫੋਨਸ यानी कि 40 मोबाइल फ़ोन्स बेच रही सी।
ਤੇ ਜਿੱਥੇ ਵੀ y ਐਕਸਿਸ ਦੇ ਉੱਪਰ 40 ਹੈ ਨਾ, ਉੱਥੇ ਜਾ ਕੇ ਜੋ ਹੈ ਮੈਨੂੰ ਰੁਕ ਜਾਣਾ ਹੈ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆਇਆ ਹੋਣਾ ਹੈ ਵੀ ਮੈਂ ਕੀ ਕੀਤਾ ਹੈ। ਇੱਕ ਵਾਰੀ ਫਿਰ ਦੇਖ ਲਓ। ਪੈਨਸਿਲ ਦੇ ਨਾਲ ਅਸੀਂ ਕਰਨਾ ਕੀ ਹੈ, ਅਸੀਂ ਥੱਲੇ ਤੋਂ ਸਟਾਰਟ ਹੋਵਾਂਗੇ ਤੇ ਅਸੀਂ ਪੈਨਸਿਲ ਦੇ ਰਾਹੀਂ ਇੱਕ ਲਾਈਨ ਇੱਦਾਂ ਡਰਾ ਕਰਨੀ ਹੈ ਜੋ 40 ਤੱਕ ਜਾਏ। ਠੀਕ ਹੈ, 40 ਤੇ ਜਾ ਕੇ ਅਸੀਂ ਰੁਕ ਜਾਣਾ ਹੈ। ਇਸ ਤੋਂ ਬਾਅਦ ਅਸੀਂ ਕਰਨਾ ਕੀ ਹੈ ਕਿ ਫਿਰ ਇੱਦਾਂ ਦੀ ਇੱਕ ਹੋਰੀਜ਼ੋਨਟਲ ਲਾਈਨ ਬਣਾਵਾਂਗੇ, ਫਿਰ ਇੱਕ ਇੱਦਾਂ ਜੋ ਹੈ ਵਰਟੀਕਲ ਜੋ ਹੈ ਯਾਨੀ ਕਿ ਖੜੀ ਹੋਈ ਲਾਈਨ ਫਿਰ ਜੋ ਹੈ ਬਣਾਵਾਂਗੇ ਤੇ ਵਾਪਿਸ ਆਵਾਂਗੇ। ਤੇ ਇਹ ਜੋ ਹੈ ਇੱਕ ਪੂਰਾ ਜੋ ਹੈ ਇੱਕ ਬਾਕਸ ਹੈ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਰਿਹਾ ਹੋਣਾ ਹੈ। ਇਹ ਜੋ ਹੈ ਇੱਕ ਪੂਰਾ ਜੋ ਹੈ ਇੱਕ ਬਾਕਸ ਹੈ ਤੇ ਅਸੀਂ 40 ਤੱਕ ਹੀ ਜਾਣਾ ਹੈ ਕਿਉਂਕਿ ਕੰਪਨੀ A ਨੇ 40 ਮੋਬਾਈਲ ਫੋਨ ਵੇਚੇ ਹੈ, 40 ਮੋਬਾਈਲ ਫੋਨਸ ਵੇਚੇ ਹੈ। ਇੱਦਾਂ ਹੀ ਹੁਣ ਜੋ ਕੰਪਨੀ B ਹੈ ਉਹ ਜੋ ਹੈ, ਦੇਖੋ ਇੱਕ ਤਾਂ ਤੁਸੀਂ ਇੱਕ ਜਦ ਤੁਸੀਂ ਕੰਪਨੀ A ਵਾਲਾ ਜੋ ਹੈ ਡਰਾ ਕਰ ਲਿਆ, ਫਿਰ ਤੁਸੀਂ ਇੱਕ ਜੋ ਹੈ ਬਾਕਸ ਜੋ ਹੈ ਲੀਵ ਕਰਕੇ ਯਾਨੀ ਕਿ ਛੋੜ ਕੇ ਜੋ ਹੈ ਕੰਪਨੀ B ਦਾ ਜੋ ਬਾਰ ਗ੍ਰਾਫ ਹੈ ਉਸਨੂੰ ਜੋ ਹੈ ਡਰਾ ਕਰਨਾ ਹੈ। ਕੰਪਨੀ B, ਜੇ ਤੁਹਾਨੂੰ ਯਾਦ ਹੋਏ ਤਾਂ ਕੰਪਨੀ B ਜੋ ਹੈ ਉਹ 32 ਯਾਨੀ ਕਿ 32 ਜੋ ਹੈ ਉਹ ਮੋਬਾਈਲ ਫੋਨਸ ਵੇਚਦੀ ਪਈ ਸੀ। ਠੀਕ ਹੈ, ਤਾਂ ਕੰਪਨੀ B ਦੀ ਮਤਲਬ ਜੋ ਬਾਰ ਗ੍ਰਾਫ ਤੁਸੀਂ ਡਰਾ ਕਰਨਾ ਹੈ ਉਹਦੇ ਵਾਸਤੇ ਤੁਸੀਂ ਕੀ ਕਰੋਗੇ ਵੀ ਇੱਦਾਂ ਜੋ ਹੈ ਇੱਕ ਲਾਈਨ ਜੋ ਹੈ ਲੈ ਕੇ ਜਾਓਗੇ ਪੈਨਸਿਲ ਦੇ ਰਾਹੀਂ, ਫਿਰ ਜਿੱਥੇ 32 ਹੈ ਨਾ ਇਹ ਇੱਥੇ, ਠੀਕ ਹੈ, ਇੱਥੇ ਜਾ ਕੇ ਤੁਸੀਂ ਜੋ ਹੈ ਰੁਕ ਜਾਣਾ ਹੈ। ਠੀਕ ਹੈ, ਤੇ ਫਿਰ ਇੱਦਾਂ ਹੀ ਨੀਚੇ ਜੋ ਹੈ ਇੱਕ ਇਹ ਥੱਲੇ ਜੋ ਹੈ ਇੱਕ ਲਾਈਨ ਲੈ ਕੇ ਆਣੀ ਹੈ ਤੇ ਹਾਂਜੀ ਜੋ ਇੱਕ ਬਾਕਸ ਹੈ ਉਹਦੇ ਵਿੱਚ ਜੋ ਹੈ ਤੁਹਾਡਾ ਕੰਪਨੀ B ਦਾ ਜੋ ਮਤਲਬ ਇੱਕ 32 ਮੋਬਾਈਲ ਫੋਨਸ ਉਹ ਵੇਚ ਰਹੀ ਹੈ ਜਾਂ ਸੈਲ ਕਰ ਰਹੀ ਹੈ ਉਹ ਜੋ ਹੈ ਰਿਪਰੈਜ਼ੈਂਟ ਹੋਣਾ ਚਾਹੀਦਾ ਹੈ। ਇਹ ਤੁਸੀਂ ਦੇਖ ਰਹੇ ਹੋ। ਠੀਕ ਹੈ, 1 ਬਾਕਸ ਦਾ ਹੀ ਸਪੇਸ ਲੈਣਾ ਹੈ, ਉਸ ਤੋਂ ਜ਼ਿਆਦਾ ਲੈਣ ਦੀ ਜੋ ਹੈ ਤੁਹਾਨੂੰ ਜੋ ਹੈ ਮਤਲਬ ਜ਼ਰੂਰਤ ਨਹੀਂ ਹੈ। ਠੀਕ ਹੈ, 1 ਬਾਕਸ ਤੋਂ ਭਾਵ ਕੀ ਹੈ, ਇਹ ਵਾਲਾ ਸਪੇਸ ਦੀ ਗੱਲ ਕਰ ਰਿਹਾ ਹਾਂ। वर्टिकली तो देखो मेरे ख्याल तो 1 2 3 ਤੇ 4, ठीक है, यानी कि खड़े हुए तो 4 बॉक्सेस आते हैं, पर जो बैठे हुए हैं जो लेटे हुए हैं वो जो है हॉरिजॉन्टल वाले तुसी इको ही बॉक्स का यूज़ करना है। जो विड्थ है जो चौड़ाई है, ठीक है, इदा समझ लो भी लंबाई ਦੇ ਵਿੱਚ ਤਾਂ ਤੁਸੀਂ 4 बॉक्सेस जो है 32 तक जो है लेके गए हो, चौड़ाई ਦੇ ਵਿੱਚ ਤੁਸੀਂ इको बॉक्स जो है यूज़ करना है। हाँ जी, हुण इदा ही असी जो है जो कंपनी C है, कंपनी C ने किन्ने सैल किते सी, कंपनी C ने सैल किते हैं 56, कंपनी D ने 72 तो कंपनी E ने 96। हाँ जी, हुण इदा ही असी जो है कंपनी C वास्ते 56 तक जो है लेके जाना है। हाँ जी, एक जो है स्पेस मतलब स्पेस जो है एक बॉक्स का जो है लीव कर देना, तो इस तो बाद जो है तुसी कंपनी C वास्ते जो है 56 तक जो है तुसी जाना है, क्योंकि 56A है। हाँ जी, वेख सकते हो तुसी, तो इदा ही वापस एक लाइन जो है लेके आओगे थल्ले नू। अगर नज़र नहीं आ रहा है मैं थोड़ा जा इनक्रीज कर देना हाँ, ताकि तुहानू चंगी तरह जो है नज़र आ सके। हाँ जी, फिर इदा ही तुसी जो है एक बॉक्स लीव करके कंपनी D वास्ते जो है 72 है, तो कंपनी E वास्ते सब तो ज़्यादा जो है मैक्सिमम है वो है 96। ये तुसी वेख सकते हो, ये इदा जो है तुसी ये ड्रा करना है। तो जो उन्होंने वर्ड यूज़ किया है ना बार ग्राफ, इन्हों ही जो है ये जो है ना ये जो है एक जो है बार है, ये दूजी बार है, ये तीजी बार है, ये चौथी बार है, तो ये पंजवीं बार है। तो इन्हों ही जो है बार ग्राफ किया जाता है, क्योंकि इन्हों का यूज़ करके असी जो है बार ग्राफ जो है ड्रा किया है। ठीक है, तो जो वर्ड है बार ग्राफ उसका मीनिंग की है भी जो ये तुसी देख सकते हो 1 2 3 4 5 इन्हां 5 बार्स का यूज़ करके असी जो है ग्राफ पेपर के उत्ते डाटा नू जो है रिप्रजेंट किया है। अगर तुहानू कोई डाउट है, कुछ समझ नहीं आया है, तो मैनू नीचे कमेंट के विच दस देना। बाकी मैं अपनी तरफों तो कोशिश की है समझाने की, तो भी अगर तुहानू लगता है भी समझ नहीं आया है तो नीचे कमेंट के विच तुसी जो है मैनू पूछ सकते हो। ठीक है,
ਇਸ ਤੋਂ ਇਲਾਵਾ ਦੇਖੋ ਇਸ ਦੇ ਵਿੱਚ ਕੁਝ ਹੋਰ ਦੱਸਣ ਵਾਲੀ ਤਾਂ ਜ਼ਰੂਰਤ ਨਹੀਂ ਹੈ, ਬਸ ਇੰਨਾ ਹੀ ਸੀ ਇਹ। ਇੱਕ ਵਾਰੀ ਇਹ ਦੱਸ ਦੇਣਾ ਹਾਂ ਵੀ ਜੋ ਪਹਿਲੇ ਵਾਲਾ ਜੋ ਬਾਕਸ ਹੈ ਇਸ ਨੂੰ ਤੁਸੀਂ ਲੀਵ ਕਰ ਦੇਣਾ ਹੈ, ਇਸ ਨੂੰ ਮਤਲਬ ਯਾਨੀ ਕਿ ਛੋੜ ਕੇ, ਠੀਕ ਹੈ। ਅਗਲੇ ਵਾਲੇ ਬਾਕਸ ਦੇ ਵਿੱਚ ਤੁਸੀਂ ਜੋ ਹੈ ਇਹ ਮਤਲਬ ਜੋ ਕੰਪਨੀ ਏ ਹੈ ਇਹ ਇੰਨਾ, ਠੀਕ ਹੈ। ਜੋ ਚੌੜਾਈ ਹੈ ਤੁਸੀਂ ਉਹ ਇਹ ਵਾਲੀ ਯੂਜ਼ ਕਰਨੀ ਹੈ, ਠੀਕ ਹੈ। ਤੇ ਲੰਬਾਈ ਤੁਸੀਂ ਜੋ ਹੈ ਇਹ ਲੰਬਾਈ ਤੁਸੀਂ ਉੱਥੇ ਤੱਕ ਲੈ ਕੇ ਜਾਣੀ ਹੈ ਜਿੱਥੇ ਤੱਕ ਮਤਲਬ ਜਿਵੇਂ ਕੰਪਨੀ ਏ ਨੇ 40 ਜੋ ਹੈ ਮੋਬਾਈਲ ਫੋਨਸ ਵੇਚੇ ਸੀ, ਤਾਂ ਤੁਸੀਂ ਉੱਥੇ ਤੱਕ ਜੋ ਹੈ ਆਪਣੀ ਦੋ ਲਾਈਨਸ ਨੂੰ ਜੋ ਹੈ ਲੈ ਕੇ ਜਾਣਾ ਹੈ, ਜਿਨ੍ਹਾਂ ਦੇ ਰਾਹੀਂ ਤੁਸੀਂ ਜੋ ਹੈ ਬਾਰ ਜੋ ਹੈ ਡਰਾ ਕਰਨੀ ਹੈ। ਇੱਕ ਤਾਂ ਇਹ ਵਾਲੀ ਲਾਈਨ ਹੋ ਗਈ, ਠੀਕ ਹੈ। ਤੇ 40 ਯਾਨੀ 40 ਦੇ ਉੱਪਰ ਜਾ ਕੇ ਤੁਸੀਂ ਇੱਥੇ ਜੋ ਹੈ ਇਹ ਰੁਕ ਜਾਣਾ ਹੈ, ਇਹ ਇੱਦਾਂ ਹੋਰੀਜ਼ੋਨਟਲ ਇੱਕ ਜੋ ਹੈ ਲਾਈਨ ਲਗਾਉਣੀ ਹੈ। ਤੇ ਫਿਰ ਥੱਲੇ ਜੋ ਹੈ ਤੁਸੀਂ ਵਾਪਸ ਇਹ ਇੱਦਾਂ ਜੋ ਹੈ ਲਾਈਨ ਲਗਾ ਕੇ ਲੈ ਕੇ ਆਉਣੀ ਹੈ। ਤੇ ਇੱਥੇ ਤੁਸੀਂ ਮੈਂਸ਼ਨ ਕਰ ਦੇਣਾ ਹੈ ਕੰਪਨੀ ਏ, ਇੱਦਾਂ ਹੀ ਕੰਪਨੀ ਬੀ, ਤੇ ਇੱਦਾਂ ਹੀ ਤੁਸੀਂ ਅੱਗੇ ਦੇਖ ਸਕਦੇ ਹੋ ਮੈਂ ਮੈਂਸ਼ਨ ਕਰ ਰੱਖਿਆ ਹੈ ਕੰਪਨੀ ਸੀ, ਕੰਪਨੀ ਡੀ ਤੇ ਕੰਪਨੀ ਈ। ਹਾਂਜੀ, ਇਹ ਸਭ ਐਕਸ ਐਕਸਿਸ ਦੇ ਉੱਪਰ ਤੁਸੀਂ ਜੋ ਹੈ ਮੈਂਸ਼ਨ ਕਰਨਾ ਹੈ ਤੇ ਵਾਈ ਐਕਸਿਸ ਦੇ ਉੱਪਰ ਨੰਬਰ ਆਫ ਸੋਲਡ ਸੈਟਸ।